ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਅੱਜ 1 ਜੂਨ ਦਿਨ ਵੀਰਵਾਰ ਸਾਡੇ ਨਾਲ ਜੁੜ ਚੁੱਕੇ ਨੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਦਸਾਂਝ ਯੂਨੀਵਰਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-272-5200 ਦੇ ਉੱਤੇ ਜਾਂ 408-722-7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਆਪਾਂ ਸ਼ੁਰੂ ਕਰਦੇ ਹਾਂ। ਪੰਜਾਬੀ ਨੌਜਵਾਨ ਨੇ ਮਾਰਿਆ ਮਾਰਕਾ, UPSC ਦੀ ਪ੍ਰੀਖਿਆ ਦੇ ਵਿੱਚ ਦੇਸ਼ 'ਚ ਦੂਜੇ ਰੈਂਕ ਹਾਸਿਲ ਕੀਤਾ। ਬਹੁਤ ਵੱਡੀ ਪ੍ਰਾਪਤੀ ਹੈ ਇਸ ਨੌਜਵਾਨ ਦੀ, ਕਿਉਂਕਿ ਪੂਰੇ ਮੁਲਕ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ 1000 ਤੇ ਕੁਛ ਜਿਹੜੇ ਪ੍ਰੀਖਿਆਰਥੀ ਉਹ ਕਾਮਯਾਬ ਹੋਇਆ ਇਸ ਪ੍ਰੀਖਿਆ ਦੇ ਵਿੱਚੋਂ, ਔਰ ਉਹਨਾਂ ਦੇ ਵਿੱਚੋਂ ਦੂਜਾ ਨੰਬਰ ਹਾਸਿਲ ਕਰਨਾ, ਪੂਰੇ ਦੇਸ਼ ਦੇ ਵਿੱਚੋਂ ਸੈਕੰਡ ਰੈਂਕ ਲੈਣੀ ਬਹੁਤ ਵੱਡੀ ਪ੍ਰਾਪਤੀ ਹੈ। ਇਹ ਮੁੰਡਾ ਅੰਮ੍ਰਿਤਸਰ ਦਾ ਹੈ, ਇਹਦਾ ਨਾਂ ਅਨਮੋਲ ਸ਼ੇਰ ਸਿੰਘ ਆ ਔਰ ਇਹਨੇ ਤਿਆਰੀ ਜਿਹੜੀ ਕੀਤੀ ਹੈ ਦਿੱਲੀ 'ਚ ਕੀਤੀ ਹੈ ਤੇ ਸਿਰਫ 6 ਮਹੀਨੇ ਪਹਿਲਾਂ ਇਹਨੇ ਮਨ ਬਣਾਇਆ ਕਿ ਮੈਂ ਇਹ ਪ੍ਰੀਖਿਆ ਦੇਣੀ ਹੈ। ਔਰ ਇਸ ਪ੍ਰੀਖਿਆ ਦੇ ਵਿੱਚ ਜਿਹੜੀ ਇਹਨੇ ਪਹਿਲੀ ਪ੍ਰੀਖਿਆ ਦਿੱਤੀ ਹੈ ਇਹਦੇ 'ਚ ਪਹਿਲੀ ਅਟੈਂਪਟ ਦੇ ਵਿੱਚ ਇਹਨੇ ਕਾਮਯਾਬੀ ਹਾਸਿਲ ਕੀਤੀ ਹੈ ਤੇ ਕਾਮਯਾਬੀ ਵੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, UPSC ਦੇ ਵਿੱਚ ਸੈਕੰਡ ਰੈਂਕ, ਕਮਾਲ ਦੀ ਗੱਲ ਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਇਸ ਤੋਂ ਅੱਗੇ ਹੈ ਜਾਨੀ ਪਹਿਲੇ ਰੈਂਕ ਤੇ ਆ ਉਹ ਕੁੜੀ ਹੈ ਨੰਦਨੀ। ਉਸ ਕੁੜੀ ਦਾ ਜਿਹੜਾ ਪਹਿਲਾ ਰੈਂਕ ਹੈ ਉਹਦੀ ਚੌਥੀ ਅਟੈਂਪਟ ਆ, ਮਤਲਬ ਕਿ ਉਹਨੇ ਚੌਥੇ ਇਮਤਿਹਾਨ ਦਿੱਤਾ ਤੇ ਚੌਥੀ ਵਾਰ ਉਹਨੇ ਟੌਪ ਕੀਤਾ। ਪਰ ਇਸ ਮੁੰਡੇ ਨੇ, ਪੰਜਾਬੀ ਸ਼ੇਰ ਨੇ, ਇਹਨੇ ਪਹਿਲੀ ਛਾਲ ਮਾਰੀ ਅਤੇ ਪਹਿਲੀ ਛਾਲ ਦੇ ਵਿੱਚ ਹੀ ਇੰਨਾ ਪੈਂਡਾ ਤੈਅ ਕਰ ਗਿਆ। ਸੋ ਬਹੁਤ ਵੱਡੀ ਸਫਲਤਾ ਹੈ। ਮਾਣ ਕਰ ਸਕਦੇ ਹਾਂ, ਪੰਜਾਬੀ ਮਾਣ ਕਰ ਸਕਦਾ, ਹਰੇਕ ਪੰਜਾਬੀ ਇਹਦੇ ਤੇ ਮਾਣ ਕਰ ਸਕਦਾ, ਹਰੇਕ ਸਿੱਖ ਇਹਦੇ ਤੇ ਮਾਣ ਕਰ ਸਕਦਾ। ਬਹੁਤ ਉੱਚਾ ਇਹਨੇ ਮੁਕਾਮ ਬਖਸ਼ਿਆ ਆਪਣੇ ਮਾਪਿਆਂ ਨੂੰ ਵੀ, ਆਪਣੇ ਪੰਜਾਬ ਨੂੰ ਵੀ। ਸੋ ਇਹਨੂੰ ਵਧਾਈ ਨਹੀਂ, ਆਪਾਂ ਸਾਰੇ ਪੰਜਾਬ ਨੂੰ ਤੇ ਸਾਰੇ ਪੰਜਾਬੀਆਂ ਨੂੰ ਵਧਾਈ ਦੇ ਸਕਦੇ ਹਾਂ ਕਿ ਬੜੀ ਆਲਾ ਇਸ ਨੌਜਵਾਨ ਨੇ ਸਫਲਤਾ ਹਾਸਲ ਕੀਤੀ ਹੈ। ਜੀ ਜੀ ਬਿਲਕੁਲ ਜੀ, ਅਤੇ ਆਪਣਾ ਅਤੇ ਸਾਰਿਆਂ ਦਾ ਜਿਹੜਾ ਨਾਮ ਰੌਸ਼ਨ ਜਿਹੜਾ ਇਸ ਦੇ ਵਿੱਚ ਕੀਤਾ ਆ। ਅਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ ਵੀ UP ਦੇ ਜੋਗੀ ਦੇ ਪ੍ਰਸ਼ਾਸਨ ਦੀ ਹੋਈ ਫਜੀਅਤ, ਮਰੇ ਅਧਿਕਾਰੀ ਨੂੰ ਲਾਤਾ ਮੈਜਿਸਟ੍ਰੇਟ। ਦਾ ਹਾਲ ਉਹ ਹੈ ਰਾਜਕਰਮਵੀਰ ਸਿੰਘ ਜੀ, ਨਾ ਕੋਈ ਕੰਮ ਨਾ ਉਹ ਵਿਹਲੀ, ਨਾ ਕੋਈ ਕੰਮ ਆ ਉਹ ਵਿਹਲੀ ਜਾਪਦੀ ਆ। ਕਿਉਂਕਿ ਜੇ ਉਹਦੇ ਬਿਆਨ ਦੇਖੀਏ, ਜੇ ਉਹਦੀਆਂ ਇੰਟਰਵਿਊ ਦੇਖੀਏ ਜਾਂ ਹੋਰ ਉਤਲੇ ਫੁਤਲੇ ਕੰਮ ਦੇਖੀਏ, ਇਸ ਤਰ੍ਹਾਂ ਲੱਗਦਾ ਨਿਤਿਆਨਾਥ ਵਰਗਾ ਰੁਝਿਆ ਮੁੱਖ ਮੰਤਰੀ ਇੱਥੇ ਭਾਰਤ ਦੇ ਵਿੱਚ ਹੈ ਹੀ ਨਹੀਂ। ਪਰ ਜੇ ਉਹਦੀ ਸਟੇਟ ਦੇ ਹਾਲ ਦੇਖਦੇ ਆ ਤੇ ਵਾਕਈ ਦਿਨੋਂ ਦਿਨ ਜਿਹੜੀ ਉਹਨੇ ਜ਼ਬਰਦਸਤ ਸ਼ੁਰੂਆਤ ਕੀਤੀ ਸੀ, ਇਸ ਤਰ੍ਹਾਂ ਲੱਗਦਾ ਸੀ ਇਹ ਬੰਦਾ ਬੜੇ ਉੱਚੇ ਸਟੈਂਡਰਡ ਤੈਅ ਕਰੇਗਾ ਇਸ ਰਾਜਨੀਤੀ ਦੇ ਵਿੱਚ, ਕੁਛ ਨਾ ਕੁਛ ਕਰਕੇ ਦਿਖਾਏਗਾ। ਪਰ ਬਾਅਦ ਦੇ ਵਿੱਚ ਲੱਗਿਆ ਕਿ ਕਰਨਾ ਕੱਖ ਨਹੀਂ। ਜਿਵੇਂ ਆਂਦੇ ਹੁੰਦੇ ਨਾ ਕਿ ਨਵੀਂ ਵਿਆਹੀ ਭਾਂਡੇ ਜ਼ਿਆਦਾ ਖੜਕਾਉਂਦੀ ਆ, ਕੰਮ ਘੱਟ ਕਰਦੀ, ਭਾਂਡੇ ਜ਼ਿਆਦਾ ਖੜਕਾਉਂਦੀ, ਕੰਮ ਬਹੁਤ ਕਰਦੀ ਆ। ਸੋ ਇਹਨੇ ਭਾਂਡੇ ਜ਼ਰੂਰ ਖੜਕਾਏ ਪਰ ਬਾਅਦ ਵਿੱਚ ਭਾਂਡੇ ਮੂੰਹ ਦੇ ਵੱਜਣੇ ਸ਼ੁਰੂ ਹੋ ਗਏ ਆ। ਇਹ ਕਮਾਲ ਇਹਨਾਂ ਨੇ ਕੀਤਾ ਕਿਉਂਕਿ ਆ ਪਿੱਛੇ ਜੇ ਇਹਨਾਂ ਨੇ 28 ਮਈ ਨੂੰ ਤਬਾਦਲੇ ਕੀਤੇ ਸੀ, ਉਹਦੇ 'ਚ 222 ਜਿਹੜੇ PCS ਸੀਗੇ ਬਦਲ ਦਿੱਤੇ ਇਹਨਾਂ ਨੇ। ਉਹ ਜਿਹੜੇ PCS ਬਦਲੇ ਸਨ ਉਹਦੇ 'ਚ ਜਿਹੜਾ 196 ਨੰਬਰ ਦਾ ਤਬਾਦਲਾ ਸੀ ਉਹ ਹੈਰਾਨ ਕਰਦਾ ਸੀਗਾ, ਕਿਉਂਕਿ ਜਿਸ ਇਹਨਾਂ ਨੇ ਤਬਾਦਲਾ ਕੀਤਾ ਉਹ ਗਰੀਸ਼ ਕੁਮਾਰ ਨਾਂ ਦਾ ਅਧਿਕਾਰੀ ਤੇ ਪਿਛਲੇ ਨਵੰਬਰ ਦੇ ਵਿੱਚ ਇੱਥੋਂ ਤਬਾਦਲਾ ਕਰਕੇ ਅਗਲੇ ਜਹਾਨ 'ਚ ਚਲੇ ਗਿਆ। ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ
ਇਹਨਾਂ ਨੇ ਤਬਾਦਲਾ ਹੀ ਨਹੀਂ ਕੀਤਾ, ਉਸ ਮਰੇ ਅਧਿਕਾਰੀ ਨੂੰ ਪ੍ਰਮੋਟ ਵੀ ਕਰ ਦਿੱਤਾ, ਉਹਨੂੰ ਤਰੱਕੀ ਵੀ ਦੇ ਦਿੱਤੀ। ਤਰੱਕੀ ਦੇ ਕੇ ਮੈਜਿਸਟ੍ਰੇਟ ਬਣਾ ਕੇ ਕੱਲ ਤੱਕ ਜਾਂ ਫਲਾਣੀ ਥਾਂ ਤੇ ਜੁਆਇਨ ਕਰ ਲਾ। ਜਦੋਂ ਉਹ ਉੱਥੇ ਪਹੁੰਚਿਆ ਹੀ ਨਹੀਂ, ਫਿਰ ਇਹਨਾਂ ਦੀ ਥੋੜੀ ਜਿਹੀ ਬੁੱਧੀ ਜਿਹੜੀ ਆ ਉਹ ਝਟਕੇ ਦਾ ਸ਼ਿਕਾਰ ਹੋਈ ਕਿ ਬੰਦਾ ਗਿਆ ਤੇ ਆਖਰ ਗਿਆ ਕਿੱਥੇ। ਫਿਰ ਇਹਨਾਂ ਨੇ ਪਤਾ ਇਹ ਕੀਤਾ ਕਿ ਉਹ ਬੰਦਾ ਤੇ ਇਸ ਸੰਸਾਰ ਦੇ ਵਿੱਚ ਹੈ ਹੀ ਨਹੀਂ। ਔਰ ਕਮਾਲ ਦੀ ਗੱਲ ਇਹ ਆ ਕਿ ਇਸੇ ਸਰਕਾਰ ਨੇ, ਹੈ ਵੈਸੇ ਮੂਲ ਤੌਰ ਤੇ ਉਹ ਝਾਰਖੰਡ ਦਾ ਸੀ, ਪਰ ਇਸੇ ਸਰਕਾਰ ਨੇ ਉਹਦੀ ਮੌਤ ਤੋਂ ਬਾਅਦ ਉਹਦੇ ਮੁੰਡੇ ਨੂੰ ਨੌਕਰੀ ਵੀ ਦਿੱਤੀ ਆ, ਉਹਦੇ ਮੁੰਡੇ ਨੂੰ ਨੌਕਰੀ ਵੀ ਦਿੱਤੀ ਹੈ, ਪਰ ਬਾਵਜੂਦ ਇਸ ਦੇ ਉਹਦਾ ਤਬਾਦਲਾ ਕਰ ਦਿੱਤਾ। ਇਸ ਤਰ੍ਹਾਂ ਦੀਆਂ ਕਹਾਣੀਆਂ ਹੋਰ ਵੀ ਬਹੁਤ ਨੇ। ਯੂਪੀ ਦੇ ਵਿੱਚ ਇੱਕ ਨੌਜਵਾਨ ਜਿਹੜਾ ਬੰਬੇ ਚਲੇ ਗਿਆ, ਬੰਬੇ ਤੋਂ ਜਦੋਂ ਪਰਤਿਆ ਉਹਦੇ ਰਿਸ਼ਤੇਦਾਰਾਂ ਨੇ ਆਉਂਦਿਆਂ ਨੂੰ ਉਹਨੂੰ ਮਰਿਆ ਕਰਾਰ ਦੇ ਕੇ ਉਹਦੀ ਜ਼ਮੀਨ ਹਟਾ ਲਈ। ਉਹ ਜਿਉਂਦਾ ਜਾ ਕੇ ਜਿੱਥੇ ਵੀ ਜਾਂਦਾ ਸੀਗਾ ਉਹਦਾ ਕੋਈ ਯਕੀਨ ਹੀ ਨਹੀਂ ਸੀ ਕਰਦਾ। ਉਹ ਤਾਂ ਕਹਿੰਦੇ ਸੀ ਭਾਈ ਤੂੰ ਕਾਗਜ਼ਾਂ 'ਚ ਮਰਿਆ। ਤੇ ਉਹ ਜਿਹੜਾ ਅਦਾਲਤ ਉਹਦਾ ਕੇਸ ਲੱਗਿਆ ਤੇ ਕੇਸ ਦੀ ਜਿਹੜੀ ਆਵਾਜ਼ ਪੈਂਦੀ ਸੀਗੀ ਉਹ ਵੀ ਉਹਦੀ ਮੁਰਦਾ ਸਿੰਘ ਦੇ ਨਾਮ, ਉਹਦਾ ਨਾਂ ਹੀ ਨਹੀਂ ਸੀ ਕੋਈ ਬਚਿਆ। ਤੇ ਬਾਅਦ ਦੇ ਵਿੱਚ ਉਹਨੂੰ ਇਲੈਕਸ਼ਨ ਲੜਨਾ ਪਿਆ ਸੀ ਆਪਣੇ ਆਪ ਨੂੰ ਜਿੰਦਾ ਸਾਬਤ ਕਰਨ ਲਈ। ਕਾਗਜ਼ ਭਰਦੇ ਸੀ ਜਾ ਕੇ ਕਿਤੇ ਕੋਈ ਉਹਦੀ ਸੁਣਵਾਈ ਹੋਈ। ਸਾਡੇ ਪੰਜਾਬ 'ਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਕਿੱਸੇ ਆ। ਤੁਹਾਨੂੰ ਸ਼ਾਇਦ ਯਾਦ ਹੋਣਾ ਰਾਜਕਰਨਵੀਰ ਸਿੰਘ ਜੀ, ਅਕਾਲੀ ਦਲ ਨੇ 2015 'ਚ ਪਟਿਆਲੇ ਜ਼ਿਲ੍ਹੇ ਦਾ ਇੱਕ ਇਸੇ ਤਰ੍ਹਾਂ ਮਰਿਆ ਜਥੇਦਾਰ ਸੀਗਾ ਜਿਹੜਾ ਉਹਦੇ ਘਰੇ ਨਿਯੁਕਤੀ ਪੱਤਰ ਕਰਦਾ ਸੀ। ਉਹ ਕਹਿੰਦੇ ਮੋੜ ਕੇ ਲੈ ਜਾਓ, ਸਾਡਾ ਬੰਦਾ ਤੇ 7-8 ਮਹੀਨੇ ਪਹਿਲਾਂ ਦਾ ਫੌਤ ਹੋਇਆ, ਤੁਹਾਨੂੰ ਹੁਣ ਚੇਤਾ ਆਇਆ ਕਿ ਇਹਨੂੰ ਅਸੀਂ ਜਥੇਦਾਰ ਨਿਯੁਕਤ ਕੀਤਾ। ਉਹਦੇ ਕਦੋਂ ਦਾ ਪਤਾ ਨਹੀਂ, ਗਾਂ ਜਾ ਕੇ ਕਿੱਥੇ ਨਿਯੁਕਤ ਹੋਇਆ। ਹੋਰ ਛੱਡੋ, ਆ ਜਿਹੜਾ ਕਿੰਗਰਾ ਹੈ ਵੈਸੇ ਤੇ ਹੁਣ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਹੈ, ਕਦੇ ਆਮ ਆਦਮੀ ਪਾਰਟੀ 'ਚ ਹੁੰਦਾ ਸੀ। ਇਹਦਾ ਬਾਪੂ ਸੀ ਜਿਹੜਾ ਜਦੋਂ ਇਹ ਆਮ ਆਦਮੀ ਪਾਰਟੀ 'ਚ ਹੁੰਦਾ ਸੀ, ਇਹਨੂੰ ਘਰੇ ਬੈਠੇ ਨੂੰ ਹੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੋਰ ਕਮੇਟੀ ਦਾ ਮੈਂਬਰ ਬਣਾ ਲਿਆ ਸੀ। ਉਹਦਾ ਵੀ ਬਹੁਤ ਰੌਲਾ ਪਿਆ ਸੀ। ਸੋ ਇਸ ਤਰ੍ਹਾਂ ਦੀਆਂ ਬੜੀਆਂ ਗਫਲਤਾਂ ਹੁੰਦੀਆਂ ਨੇ ਸਿਆਸਤ ਦੇ ਵਿੱਚ, ਪਰ ਜੋ ਯੋਗੀ ਦੇ ਰਾਜ ਦੇ ਵਿੱਚ ਹੋ ਰਿਹਾ ਉਹ ਇਹਦੀ ਫਜ਼ੀਅਤ ਕਰਵਾ ਰਿਹਾ। ਔਰ ਰਾਜਕਰਨਵੀਰ ਸਿੰਘ ਜੀ ਹੋਰ ਵੀ ਬਹੁਤ ਸਾਰੇ ਕਿੱਸੇ ਨਿਕਲਦੇ ਪਏ ਆ। ਇੱਕ ਤੇ ਇਹ ਹੈ ਕਿ ਕ੍ਰਾਈਮ ਹੈ ਜਿਹੜਾ ਉਹ ਰਿਪੋਰਟ ਕਹਿੰਦੀ ਪਈ ਕਿ 27% ਵੱਧ ਗਿਆ ਇਹਨਾਂ 3 ਮਹੀਨਿਆਂ ਦੇ ਅੰਦਰ ਅੰਦਰ। ਇਹ ਕਹਿੰਦੇ ਸੀਗੇ ਅਸੀਂ ਰਾਮ ਰਾਜ ਲਿਆ ਦਿਆਂਗੇ, ਕਰ ਦਿਆਂਗੇ, ਉਹ ਕਰ ਦਿਆਂਗੇ। ਇਹਨਾਂ ਦੇ ਰਾਜ ਦੇ ਵਿੱਚ ਤੁਸੀਂ ਦੇਖਿਆ ਬੁਲੰਦ ਸ਼ਹਿਰ ਦੇ ਵਿੱਚ ਜੋ ਘਟਨਾ ਵਾਪਰੀ, ਉਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ, ਓਵਰਆਲ 27% ਜਰਾਇਮ ਵਧਿਆ ਯੂਪੀ ਦੇ ਵਿੱਚ ਮੋਦੀ ਰਾਜ ਦੇ ਯੋਗੀ ਰਾਜ ਦੇ ਆਉਣ ਤੋਂ ਬਾਅਦ। ਦੂਜੀ ਗੱਲ ਇਹ ਹੈ ਕਿ ਅੱਜ ਹੀ ਉੱਥੋਂ ਇੱਕ ਖਬਰ ਆ ਰਹੀ ਸੀਗੀ ਯੂਪੀ ਦੇ ਆਗਰਾ ਤੋਂ ਕਿ ਇੱਕ ਲਾਚਾਰ ਔਰਤ, ਮਜਬੂਰ ਔਰਤ ਫੇਸਬੁੱਕ ਤੇ ਆਪਣਾ ਗੁਰਦਾ ਵਿਕਾਊ ਲਾਈ ਬੈਠੀ ਹੈ। ਕਾਹਦੇ ਲਈ? ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਉਹਦੇ 3 ਬੱਚੇ ਆ, 3 ਬੱਚਿਆਂ ਦੀ ਫੀਸ ਉੱਤੋਂ ਭਰਨੀ ਹੁੰਦੀ। ਉਹ ਕਹਿੰਦੀ ਮੋਦੀ ਕੋਲ ਵੀ ਗੁਹਾਰ ਲਾ ਲਈ ਆ, ਯੋਗੀ ਕੋਲ ਵੀ ਗੁਹਾਰ ਲਾ ਲਈ ਆ, ਪਰ ਉਹ ਗੁਹਾਰ ਜਿਹੜੀ ਗੁਹਾਰ ਹੀ ਰਹਿ ਗਈ ਆ, ਉਹ ਗੁਹਾਰ ਹਕੀਕਤ ਨਹੀਂ ਬਣੀ। ਹਾਰ ਕੇ ਮੈਨੂੰ ਗੁਰਦਾ ਵੇਚਣਾ ਪਿਆ। ਹੁਣ ਜਦੋਂ ਇੱਥੋਂ ਤੱਕ ਨੌਬਤਾਂ ਨੇ ਤਾਂ ਸਾਹਿਬ ਨੂੰ, ਯੋਗੀ ਸਾਹਿਬ ਨੂੰ ਨਿਕਲਣਾ ਚਾਹੀਦਾ। ਮੰਦਰਾਂ ਦੀਆਂ ਵਲਗਣਾ ਚੋਂ, ਗਾਂ ਦੇ ਸਿੰਘ ਦੇ ਆਲੇ ਦੁਆਲੇ ਜਿਹੜੀ ਪਰਿਕਰਮਾ ਕਰਦੇ ਫਿਰਦੇ, ਇਹਨਾਂ ਚੀਜ਼ਾਂ ਚੋਂ ਨਿਕਲ ਕੇ ਆਪਣੇ ਰਾਜ ਨੂੰ ਚੰਗੀ ਤਰ੍ਹਾਂ ਵੇਖਣਾ ਚਾਹੀਦਾ। ਜਿੱਥੇ ਕਮੀਆਂ ਪੇਸ਼ੀਆਂ ਨੇ ਉਹ ਦੂਰ ਕਰਨੀਆਂ ਚਾਹੀਦੀਆਂ। ਲੋਕਾਂ ਨੂੰ ਉਮੀਦ ਆ ਕਿ ਇਹ ਬੰਦਾ ਕੁਛ ਨਾ ਕੁਛ ਕਰੇਗਾ। ਜੇ ਆਹੀ ਕੁਛ ਕਰੇਗਾ ਤੇ ਫਿਰ ਮੇਰੇ ਖਿਆਲ ਦੇ ਨਾਲ ਕਦੀਆਂ ਉਮੀਦਾਂ ਹੀ ਨਹੀਂ ਟੁੱਟਣਗੀਆਂ, ਬਹੁਤ ਸਾਰੇ ਲੋਕਾਂ ਦਾ ਦਿਲ ਵੀ ਟੁੱਟੇਗਾ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰੀਏ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਇਲਜ਼ਾਮਾਂ ਦਾ ਦੌਰ ਤੇਜ਼ ਹੋਇਆ। ਸੁਖਪਾਲ ਖਹਿਰਾ ਹੁਣ ਨਿਸ਼ਾਨੇ ਤੇ ਆ। ਦੇਖੋ, ਅੱਜ ਸੁਖਪਾਲ ਸਿੰਘ ਖਹਿਰਾ ਵੀ ਨਿਸ਼ਾਨੇ ਤੇ ਰਿਹਾ ਤੇ ਸੁਖਪਾਲ ਸਿੰਘ ਖਹਿਰੇ ਨੇ ਵੀ ਨਿਸ਼ਾਨੇ ਲਾਏ ਆ। ਇਹ ਨਿਸ਼ਾਨੇਬਾਜ਼ੀਆਂ ਜਿਹੜੀਆਂ ਦਵੱਲੀਆਂ ਇਹ ਕੱਲ ਤੋਂ ਸ਼ੁਰੂ ਹੋਈਆਂ। ਰਾਣਾ ਗੁਰਜੀਤ ਦਾ ਜਿਹੜਾ ਨੇੜਲਾ ਕੈਪਟਨ ਰੰਧਾਵਾ, ਉਹਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ। ਬਕਾਇਦਾ ਪ੍ਰੈਸ ਕਾਨਫਰੰਸ ਕਰਕੇ, ਹਾਲਾਂਕਿ ਪੰਜਾਬੀ ਮੀਡੀਆ 'ਚ ਉਹ ਇੰਟਰਵਿਊ ਬਹੁਤ ਘੱਟ ਛਪੀ ਆ, ਪਰ ਹਿੰਦੀ ਅਖਬਾਰਾਂ 'ਚ, ਹੋਰ ਵੱਡੇ ਅਖਬਾਰਾਂ 'ਚ ਉਹ ਇੰਟਰਵਿਊ ਪ੍ਰੈਸ ਕਾਨਫਰੰਸ ਜਿਹੜੀ ਪ੍ਰਮੁੱਖਤਾ ਦੇ ਨਾਲ ਛਾਪੀ ਗਈ ਆ। ਇੱਕ ਤੇ ਕੈਪਟਨ ਰੰਧਾਵਾ ਨੇ ਸਾਫ਼ ਕੀਤਾ, ਉਹਨੇ ਕਿਹਾ ਕਿ ਸਾਡਾ ਰਾਣਾ ਗੁਰਜੀਤ ਦੇ ਨਾਲ
कोई कारोबार साझा नहीं। मैं गन्ना सुट्टदा जी मिल च, ये गल वक्री है, यदि चोन प्रचार की देख रेख करदा तो वध नहीं हैगा साडा कोई सरोकार नहीं, आपसी सरोकार नहीं है। दूजा उन्हें कहा कि जिहड़ा अमित बहादुर आ वो साडा एक हैगा आगू, साडी कंपनी का आगू जरूर है, जी पर ओदा जो भी पैसा ढिला ओदा लगदा वो सारा लीगल वे नाल लगदा, कानूनी ढंग नाल लगदा। और नाल जिहड़ा एक उन्हें इहनूं ब्लेम लाया सुखपाल सिंह खैरा नूं, वो बड़ा वड्डा सी। उन्हें आख्या कि सुखपाल सिंह खैरा इस करके रौला पाउंदा है क्योंकि जिहड़ी खड्ड अमित बहादुर दे कोटे च चले गई है, उहदे खाते च चली गई है, ये खड्ड 10 साल सुखपाल सिंह खैरा दे संधू साहबदीप सिंह कोल रही है। उन्हें आख्या कि इस खंड दे विच इनडायरैक्टली सुखपाल सिंह खैरा भी अधीदार सी, मतलब कि हिस्सेदार सी। ये बहुत बड़ा दोष सी सुखपाल सिंह खैरा ते, पर सुखपाल सिंह खैरा ने क्या इस तरह नहीं गल बनती। मुंह जबानी तो कोई भी कुछ कहेगा, जिस तरह मैं कागज कट के लिया, जिस तरह मैं सबूत कट के लिया, तुसी सबूत दो, मुंह जबानी से जो मर्जी आखी जाओ। फिर अज सुखपाल सिंह खैरा ने फिर निशाना बनिया, क्योंकि जे हुण सुखपाल सिंह खैरा चुप करता सी फिर तुहानूं पता ही है सुखपाल सिंह खैरा भी शक्की हुंदा सी। इस करके सुखपाल सिंह खैरा ने अज फिर बल्लेबाजी शुरू कर दी। सुखपाल सिंह खैरा ने आख्या कि जिहड़ा राणा गुरजीत आ इहदा एक पासपोर्ट जब्त कर लूं और सारियां जिहड़ियां बोली दीयां प्रक्रियावां सारियां रद्द कर दूं। और नाल उन्हें आख्या कि जिहड़ा सुखपाल सिंह खैरा सुखपाल सिंह खैरा ने कहा कि जिहड़ा राणा गुरजीत सिंह आ, राणा गुरजीत सिंह दा जिहड़ा अक्स आ वो इस समय उभरते हुए एक नवे विजय माली वाला है, सो दा जल्दी तो जल्दी पासपोर्ट है जिहड़ा जब्त कर लियो। दूजे पासे इन्होंने जिहड़ा नारंग कमीशन बिठाया इन्होंने इंक्वायरी वास्ते, उस नारंग कमीशन दे भी इन्होंने पाज उधेड़ने शुरू कर दिते। इत्थों तक कह दिता कि ये सिर्फ 1 महीने की नौकरी का लालच आ, मतलब कि जिहड़ा साबका जस्टिस नारंग आ उन्होंने सिर्फ 1 महीने की नौकरी का लालच आ, बाकी सारा कुछ जिहड़ा कीता जा रहा ये सिर्फ ते सिर्फ इस करके कीता जा रहा क्योंकि इन्होंने क्लीन चिट देनी है। सो हुण ये मसला जिहड़ा क्लीन चिट देने वाला वो भी इन्होंने विच ले लिया कि आने वाले दिनों च ठीक उस तरह उस तर्जे अमल से क्लीन चिट दी जा सकती है जिस तरह अगे पिछली सरकार वेले सिकंदर सिंह मलूका नूं एक जस्टिस जिंदल कमीशन बना के दवाई गई सी। इन्होंने ये गल कही है अज इहदे मुकाबले कांग्रेस वल्लों एक रणजीत सिंह राणा ने जिहड़े सुखपाल सिंह खैरा कोई हारे आ वो मैदान च आ गए। उन्हें फिर अज सारी इंतहाई कर दी इल्जामां लई सुखपाल सिंह खैरा ते ने बहुत संगीन दोष लाया। उन्हें जमीन का हवाला दिता, उन्हें आख्या कि इन्हां दी जमीन है जिहड़ी सीलिंग होंदी सीगी ते ठीक उस समय इहदे बाप ने एक ट्रस्ट बनता और आप ही उस ट्रस्ट का चेयरमैन बन गया। उस जमीन को बचाने लिए इन्होंने एक झूठा सच्चा ट्रस्ट तैयार किया और उस ट्रस्ट का अज तक नहीं पता कि और दूजी गल उन्हें कहा कि ये संबंध आ देवी का नाम लिया जिदे मामले च अगे भी सुखपाल सिंह खैरा खिचतू का शिकार होया, नाल एक कनेडा दे उस बंदे का नाम जिहड़ा ड्रग पीस के बहुत बूढ़े ताल्लुक थे। सो सुखपाल सिंह खैरा अज एक बार फिर इन्हां दे दोषां का शिकार होया। हुण सुखपाल सिंह खैरा इन्हां दोषां दे विचों बाहर जाके किवें निकलदा, इन्हां दोषां दा किवें जवाब दिंदा है, वो ते समां दसूगा। क्लीन चिट वाली गल सारिਆਂ ਨੂੰ क्यों क्योंकि जिहड़ा कमीशन है जो ਉਹਦੇ ਲਈ ਇਹਨਾਂ ਨੇ नेम कहदे तैयार कीते आ, नुक्ते तैयार कीते आ, ਉਹਨਾਂ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਇਹ ਨੁਕਤਾ ਹੀ ਨਹੀਂ ਪਾਇਆ ਗਿਆ ਕਿ ਜਿਹੜਾ ਰਸੋਈਆ ਉਹਦੇ ਕੋਲ ਆਪਣੀ ਆਮਦਨ ਤੋਂ ਵੱਧ और आपका जो स्वरूप सी वो तो ये पैसा आखिर आया क्या है क्यों ये नुकता ही जी 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 मिंटू जी अगली गल करिए भी जमीन खरीद मामले दे विच श्रोमणी कमेटी नूं नोटिस ये नोटिस राज करनवीर सिंह जी कलिया वा बलदेव सिंह सरसा ने एक आगू आ
ਪੰਥਕ ਆਗੂ ਨੇ, ਜੀ ਉਹਨਾਂ ਨੇ ਇੱਕ ਆਪਣਾ ਟਰਸਟ ਬਣਾਇਆ, ਇੱਕ ਉਹਦੇ ਰਾਹੀਂ ਇਹ ਨੋਟਸ ਭੇਜਿਆ ਗਿਆ। ਇਹ ਨੋਟਸ ਦਰਅਸਲ ਹੈ ਇੱਕ ਜ਼ਮੀਨ ਦੀ ਖਰੀਦ ਨੂੰ ਲੈ ਕੇ। ਇਹ ਜਿਹੜੀ ਜ਼ਮੀਨ ਖਰੀਦੀ ਗਈ ਸੀਗੀ, ਇਹ ਖਰੀਦੀ ਗਈ ਸੀਗੀ 2011 ਦੇ ਵਿੱਚ ਅਨੰਦਪੁਰ ਸਾਹਿਬ। ਇਹ ਜ਼ਮੀਨ ਜੀ ਖਰੀਦੀ ਗਈ ਸੀ ਔਰ ਸੌਦਾ ਹੋਇਆ ਸੀ 2 ਕਰੋੜ 70 ਲੱਖ ਰੁਪਏ 'ਚ। ਇਹਦੇ ਵਿੱਚ ਹੁਣ ਰੌਲਾ ਇਹ ਪੈਂਦਾ ਰਾਜਕਰਨਵੀਰ ਸਿੰਘ ਜੀ ਕਿ ਇਹ ਜ਼ਮੀਨ ਸੜਕ ਤੋਂ ਅੱਧਾ ਕਿਲੋਮੀਟਰ ਹਟਵੀਂ ਹੈ, ਮਤਲਬ ਕਿ ਕਿਸੇ ਉਹ ਕਾਰੋਬਾਰੀ ਪਰਪਸ ਲਈ ਕੰਮ ਨਹੀਂ ਆ ਸਕਦੀ। ਦੂਸਰਾ ਇਹ ਆ ਕਿ ਜੇ ਉੱਥੇ ਕੋਈ ਇਹਨਾਂ ਨੇ ਅਦਾਰਾ ਸਥਾਪਿਤ ਕਰਨਾ ਸੀ, ਕੋਈ ਸੰਸਥਾਨ ਬਣਾਉਣਾ ਸੀ, ਤੇ ਉਹਦੇ ਲਈ ਇਹਨਾਂ ਦੇ ਕੋਲੇ ਲਗਭਗ ਉੱਥੇ 20,000 ਏਕੜ ਦੀ ਮਾਲਕੀਅਤ ਵਾਲੀ ਜ਼ਮੀਨ ਪਹਿਲਾਂ ਹੀ ਪਈ ਸੀ। ਜੀ ਫਿਰ ਇਹ ਜ਼ਮੀਨ ਜਿਹੜੀ ਖਰੀਦੀ ਗਈ, ਜੇ ਆਲੇ ਦੁਆਲੇ ਤੋਂ ਇਹਦਾ ਰੇਟ ਲਵਾਇਆ ਜਾਂਦਾ, ਜਿਹਨੂੰ ਆਪਾਂ ਬਾਜ਼ਾਰੂ ਕੀਮਤ ਕਹਿ ਦਿੰਦੇ ਹਾਂ, ਉਹ ਬਾਜ਼ਾਰੂ ਕੀਮਤ ਬਣਦੀ ਆ 60-70 ਲੱਖ ਰੁਪਈਆ, ਪਰ ਜੋ ਦਿੱਤੀ ਗਈ ਆ, ਅਦਾ ਕੀਤੀ ਗਈ ਆ, ਉਹ ਆ 2 ਕਰੋੜ 70 ਲੱਖ ਰੁਪਈਆ। ਔਰ ਉਹ ਪੈਸਾ ਜਿਹੜਾ ਹੋ ਗਿਆ ਗੁਰੂ ਕੀ ਗੋਲਕ ਚੋਂ। ਸੋ ਇਸ ਕਰਕੇ ਹੁਣ ਇਹਨਾਂ ਨੇ ਇੱਕ ਕਾਨੂੰਨੀ ਆਧਾਰ ਬਣਾਇਆ ਬਲਦੇਵ ਸਿੰਘ ਸਿਰਸਾ ਨੇ। ਉਹ ਆਧਾਰ ਇਹ ਆ, ਉਹ ਕਹਿੰਦੇ ਆ ਕਿ ਦੇਖੋ ਜਦੋਂ ਮਸਲਾ ਉਲਝਿਆ ਸੀਗਾ, ਹਾਈ ਕੋਰਟ 'ਚ ਕੇਸ ਗਿਆ, ਸਹਿਜਧਾਰੀਆਂ ਨੇ ਜਿਹੜਾ ਮੁਕੱਦਮਾ ਕੀਤਾ, ਉਸ ਤੋਂ ਬਾਅਦ ਹਾਈ ਕੋਰਟ ਨੇ 2011 ਵਾਲੀਆਂ ਚੋਣਾਂ ਰਾਹੀਂ ਚੁਣੇ ਹੋਏ ਜਨਰਲ ਹਾਊਸ ਤੇ ਰੋਕ ਲਾ ਦਿੱਤੀ ਸੀਗੀ। ਤੇ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਵਿੱਚ ਅਪੀਲ ਕਰਕੇ ਹਾਈ ਕੋਰਟ ਦੇ ਹੁਕਮਾਂ ਖਿਲਾਫ ਕਮੇਟੀ ਨੇ ਸਟੇ ਮੰਗਿਆ। ਉਸ ਸਮੇਂ ਸੁਪਰੀਮ ਕੋਰਟ ਨੇ ਸਟੇ ਨਹੀਂ ਦਿੱਤਾ ਤੇ ਕੇਵਲ ਇਹ ਕੀਤਾ ਸੀਗਾ ਕਿ ਗੁਰਦੁਆਰਾ ਐਕਟ ਦੇ ਮੁਤਾਬਕ ਪਹਿਲਾਂ 2010 ਵਾਲੀ ਅੰਤਰਿਮ ਕਮੇਟੀ ਨੂੰ ਰੋਜ਼ਮਰਾ ਦੇ ਕੰਮਕਾਰ ਚਲਾਉਣ ਵਾਸਤੇ ਸਿਰਫ ਅਧਿਕਾਰ ਦਿੱਤੇ ਸਨ। ਹੁਣ ਉਹ ਅੱਗੋਂ ਇਹ ਦਾਅਵਾ ਕਰਦੇ ਆ ਕਿ ਗੁਰਦੁਆਰਾ ਐਕਟ ਦੀ ਧਾਰਾ ਜਿਹੜੀ 108 ਆ, ਉਹ ਇਹ ਕਹਿੰਦੀ ਆ ਕਿ ਧਰਮ ਪ੍ਰਚਾਰ ਕਮੇਟੀ ਦੇ ਫੰਡਾਂ ਦੀ ਵਰਤੋਂ ਕਰਨ ਦਾ ਇਸ ਅੰਤਰਿਮ ਕਮੇਟੀ ਨੂੰ ਕੋਈ ਅਧਿਕਾਰ ਹੀ ਹੈ ਨਹੀਂ। ਹੁਣ ਇਸ ਗੱਲ ਦਾ ਆਧਾਰ ਬਣਾ ਕੇ ਉਹਨਾਂ ਨੇ ਨੋਟਿਸ ਭੇਜਿਆ ਕਿ ਭਾਈ ਜਵਾਬ ਦਿਓ। ਔਰ ਜੇ 108 ਧਾਰਾ ਦੀ ਜੇ ਇਹ ਮੰਗ ਕਹਿੰਦੀ ਹੈ ਕਿ ਧਰਮ ਪ੍ਰਚਾਰ ਕਮੇਟੀ ਦੇ ਫੰਡਾਂ ਦੀ ਇਹ ਵਰਤੋਂ ਨਹੀਂ ਕਰ ਸਕਦੇ, ਤੇ ਫਿਰ ਮੇਰੇ ਖਿਆਲ ਦੇ ਨਾਲ ਮਾਮਲਾ ਉਲਝ ਜਾਏਗਾ। ਔਰ ਇਸ ਤਰ੍ਹਾਂ ਦਾ ਸੌਦਾ ਪਹਿਲੀ ਵਾਰੀ ਵਿਵਾਦਾਂ ਦੇ ਘੇਰੇ 'ਚ ਨਹੀਂ ਆਇਆ। ਤੁਹਾਨੂੰ ਚੇਤਾ ਹੋਣਾ ਰਾਜਕਰਨਵੀਰ ਸਿੰਘ ਜੀ, ਇਸੇ ਤਰ੍ਹਾਂ ਦਾ ਰੌਲਾ ਜਦੋਂ ਅਵਤਾਰ ਸਿੰਘ ਮੱਕੜ ਬਿਲਕੁਲ ਅੰਤਲੇ ਸਮੇਂ 'ਚ ਸਨ, ਜਾਨੀ ਵਿਦਾਇਗੀ ਜਦੋਂ ਹੋਣ ਵਾਲੀ ਸੀ ਉਹਨਾਂ ਦੀ ਕਮੇਟੀ ਦੇ ਅਹੁਦੇ ਤੋਂ, ਉਦੋਂ ਫਤਿਹਗੜ੍ਹ ਸਾਹਿਬ 'ਚੋਂ ਵੀ ਇੱਕ ਆਇਆ ਸੀਗਾ ਸਾਹਮਣੇ ਕਿ ਇਹਨਾਂ ਨੇ ਉੱਥੇ 1.5 ਮੁਰੱਬੇ ਦੇ ਕਰੀਬ ਜ਼ਮੀਨ ਖਰੀਦੀ। ਔਰ ਉਹ ਜਿਹੜਾ ਜ਼ਮੀਨ ਦਾ ਸੌਦਾ ਹੋਇਆ, ਜਿਹੜਾ ਉੱਥੇ ਆਲੇ ਦੁਆਲੇ ਉਸ ਸਮੇਂ ਦਾ ਬਾਜ਼ਾਰੂ ਰੇਟ ਸੀ, ਉਹਦੇ ਤੋਂ 10-15 ਲੱਖ ਰੁਪਈਆ ਕਿੱਲੇ ਦਾ ਵਧਾ ਕੇ ਦਿੱਤਾ ਗਿਆ। ਉਹ ਕਿਉਂ ਦਿੱਤਾ ਗਿਆ, ਸਮਝ ਤੋਂ ਪਰੇ ਦੀ ਗੱਲ ਹੈ। ਇਸੇ ਤਰ੍ਹਾਂ ਦਾ ਇੱਕ ਸੌਦਾ ਬਹੁਤ ਸਾਰੀ ਜ਼ਮੀਨ ਦਾ ਪਟਿਆਲੇ ਜ਼ਿਲ੍ਹੇ 'ਚ ਕਰ ਲੈਣ ਲੱਗੇ ਸੀਗੇ, ਔਰ ਉਹ ਸੁਖਬੀਰ ਸਿੰਘ ਬਾਦਲ ਦੇ ਦੱਸਦੇ ਆ ਕਿ ਨੋਟਿਸ ਦੇ ਵਿੱਚ ਵੀ ਨਹੀਂ ਸੀ। ਆਪਣੇ ਪੱਧਰ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਉਸ ਸੌਦੇ ਨੂੰ ਨੇਪਰੇ ਚੜਾਉਣ ਦੀ, ਤੇ ਉੱਥੋਂ ਰੌਲਾ ਪੈ ਗਿਆ। ਦੱਸਦੇ ਤੇ ਇਹ ਵੀ ਅੰਦਰੂਨੀ ਸੂਤਰ ਕਿ ਅਵਤਾਰ ਸਿੰਘ ਮੱਕੜ ਦੀ ਜਿਹੜੀ ਛੁੱਟੀ ਸੀ, ਉਸ ਛੁੱਟੀ ਦਾ ਮੋਢੀ ਇਸ ਸੌਦੇ ਤੋਂ ਵਜ੍ਹਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਪਈਆਂ ਸਾਹਮਣੇ ਰਾਜਕਰਨਵੀਰ ਸਿੰਘ ਜੀ, ਇਹ ਸੰਕੇਤ ਕਰਦੀਆਂ ਨੇ ਕਿ ਠੀਕ ਹੈ ਕਿਸੇ ਮਾਮਲੇ 'ਚ ਕੋਈ ਗਫਲਤ ਹੋ ਸਕਦੀ ਹੈ, ਕੋਈ ਗਲਤਫਹਿਮੀ ਹੋ ਸਕਦੀ ਹੈ, ਪਰ ਜਿਹੜੇ ਇੰਨੇ ਸਾਰੇ ਮਾਮਲੇ ਜ਼ਮੀਨਾਂ ਨਾਲ ਜੁੜੇ, ਔਰ ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਕਿ ਸਾਡੇ ਗੁਰੂ ਘਰਾਂ ਦੀ ਜ਼ਮੀਨ ਕਾਂਗਰਸੀ ਦਬਾਈ ਜਾਂਦੇ ਆ, ਇਹ ਕਬਜ਼ੇ ਕਰਾਈ ਜਾਂਦੇ ਆ, ਅਸੀਂ ਲਹਿਰਾਂ ਵਿੱਢਾਂਗੇ, ਅਸੀਂ ਮੁਹਿੰਮਾਂ ਛੇੜਾਂਗੇ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਬਡੂੰਗਰ ਸਾਹਿਬ ਜਿਹੜੇ ਚਿੰਤਾ ਕਰਦੇ ਗੁਰੂ ਘਰਾਂ ਦੀਆਂ ਜ਼ਮੀਨਾਂ ਦੀ, ਉਹਨਾਂ ਨੂੰ ਇਹ ਵੀ ਚਿੰਤਾ ਕਰਨੀ ਚਾਹੀਦੀ ਹੈ ਕਿ ਜ਼ਮੀਨਾਂ ਦੇ ਨਾਲ ਗੁਰੂ ਕੀ ਗੋਲਕ ਵੀ ਹੈ, ਔਰ ਗੁਰੂ ਕੀ ਗੋਲਕ ਦੀ ਇੰਨੀ ਅੰਨੀ ਦੁਰਵਰਤੋਂ, ਪਹਿਲਾਂ ਉਹਦਾ ਹਿਸਾਬ ਕਿਤਾਬ ਤੇ ਕਰੋ ਕਿ ਅਸਲ ਦੇ ਵਿੱਚ ਮਾਜਰਾ ਕੀ ਹੈ। ਜਿਹੜੇ ਏਡੇ ਸੰਗੀਨ ਦੋਸ਼ ਲੱਗਦੇ ਪਏ ਆ ਕਿ ਇਹਨਾਂ ਨੇ ਇਹੋ ਜਿਹੇ ਸੌਦੇ ਕੀਤੇ ਜਿਨ੍ਹਾਂ ਦੇ ਵਿੱਚ ਕਰੋੜਾਂ ਰੁਪਈਆਂ ਦਾ ਹੇਰ-ਫੇਰ ਹੋਇਆ, ਪਹਿਲਾਂ ਉਹਦੀ ਪੜਤਾਲ ਤੇ ਕਰੋ ਕਿ ਉਹ ਕਰੋੜਾਂ ਰੁਪਈਆ ਜਿਹੜਾ ਉਹ ਗਿਆ ਕਿਹੜੀ ਨੁੱਕਰ 'ਚ ਆ, ਤੇ ਕਿਹੜੇ ਸੱਪ ਜਿਹੜੇ ਉਹਨਾਂ ਨੁੱਕਰਾਂ ਦੇ ਵਿੱਚ ਕੁੰਡਲੀ ਮਾਰ ਕੇ ਬੈਠੇ, ਉਹਨਾਂ ਦਾ ਪਤਾ ਤੇ ਲੱਗੇ। ਜੀ ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ। ਇੱਕ ਨੌਜਵਾਨ ਦੀ ਸ਼ੱਕੀ ਮੌਤ, ਪੁਲਿਸ ਦਾ ਦਾਅਵਾ ਵੀ ਪਿਓ ਪੁੱਤ ਬਣਾਉਂਦੇ ਸਨ ਬੰਬ। ਦੇਖੋ, ਪਟਿਆਲੇ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਰਾਜਕਰਨਵੀਰ ਸਿੰਘ ਜੀ, ਔਰ ਸਾਰੇ ਸੁੰਨ ਹੋ ਗਏ ਇਸ ਘਟਨਾ ਦਾ। ਜਿਹੜਾ ਪਿਛੋਕੜ ਦੱਸ ਕੇ ਦਾਅਵਾ ਕੀਤਾ ਕਿ ਹੈਰਾਨ ਕਰਦਾ ਹੈ
ਜੀ ਉਸਨੇ ਦਾਵਾ ਇਹ ਕੀਤਾ, ਮੈਂ DIG ਸੁਖਚੈਨ ਸਿੰਘ ਗਿੱਲ ਆ ਜਿਹੜਾ, ਡਾਕਟਰ ਸੁਖਚੈਨ ਸਿੰਘ ਗਿੱਲ ਵੀ ਇਹਨੂੰ ਕਹਿ ਦਿੰਦੇ, ਪੜ੍ਹਿਆ ਲਿਖਿਆ ਬਹੁਤ ਆ, ਨੌਜਵਾਨ ਅਫਸਰ ਆ, ਉਹਦੀ ਬਾਈਟ ਸੁਣਦਾ ਪਿਆ ਸਾਂ ਜ਼ੋਰ ਨੇ ਗੱਲ ਕਹੀ। ਉਹ ਕਹਿੰਦਾ ਜੀ ਅਸੀਂ ਨਾਕਾਬੰਦੀ ਕੀਤੀ ਸੀ, ਸਾਡੇ ਕੋਲ ਇਨਪੁਟ ਸੀਗੀ ਕਿ ਇਹ ਬੰਬ ਤਿਆਰ ਕਰਦੇ ਪਿਓ ਪੁੱਤ, ਪਿਓ ਦਾ ਨਾਮ ਹਰਪ੍ਰੀਤ ਸਿੰਘ ਸੀ, ਮੁੰਡੇ ਦਾ ਨਾਂ ਰਜਤਵੀਰ ਸਿੰਘ ਸੀ। ਉਹ ਕਹਿੰਦਾ ਕਿ ਸਾਨੂੰ ਇਨਪੁਟ ਮਿਲੀ ਸੀ ਕਿ ਟੌਟਾ ਰਾਹੀਂ, ਮੁਖਬਰਾਂ ਰਾਹੀਂ, ਕਿ ਦੋਨੇ ਪਿਓ ਪੁੱਤ ਇਸ ਧੰਦੇ 'ਚ ਲੱਗੇ ਹੋਏ ਆ। ਨਾਕਾਬੰਦੀ ਅਸੀਂ ਕੀਤੀ, ਪਿਓ ਸੀਗਾ ਜਿਹੜਾ ਉਹਨੂੰ ਤੇ ਅਸੀਂ ਵਾਲਿਆ, ਪੁੱਤ ਉੱਥੋਂ ਭੱਜ ਨਿਕਲਿਆ। ਬਾਅਦ ਦੇ ਵਿੱਚ ਅਸੀਂ ਪਤਾ ਕਰਦੇ ਕਰਦੇ ਉਹਦੇ ਘਰ ਦੇ ਵਿੱਚ ਆਏ, ਘਰ 'ਚੋਂ ਪਤਾ ਲੱਗਿਆ ਕਿ ਇੱਕ ਕੋਠੀ ਇਹਨਾਂ ਦੀ ਥੋੜ੍ਹੀ ਦੂਰ ਹੋ ਰਿਹਾ। ਉਸ ਕੋਠੀ 'ਚ ਜਾ ਕੇ ਜਦੋਂ ਦਬਿਸ਼ ਦਿੱਤੀ ਤੇ ਉਸ ਮੁੰਡੇ ਨੇ ਇਹ ਸੋਚ ਕੇ ਕਿ ਹੁਣ ਪੁਲਿਸ ਦੇ ਹੱਥੇ ਚੜ੍ਹ ਗਿਆ, ਬਹੁਤ ਕੁਛ ਜਿਹੜਾ ਉਹ ਅਣਹੋਇਆ ਹੋ ਸਕਦਾ, ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਇਹ ਪੁਲਿਸ ਦੀ ਕਹਾਣੀ ਹੈ। ਕੁਝ ਪ੍ਰਤੱਖਦਰਸ਼ੀ ਜਾਂ ਉਸ ਘਟਨਾ ਦੇ ਆਲੇ ਦੁਆਲੇ ਆਂਢ ਗੁਆਂਢ 'ਚ ਜਿਹੜੇ ਲੋਕ ਨੇ ਉਹ ਵੀ ਦੱਸਦੇ ਆ ਕਿ ਰਾਤ ਬਰਾਤੇ ਟੈਸਟਿੰਗ ਕਰਦੇ ਹੁੰਦੇ ਸਨ, ਧਮਾਕੇ ਕਰਦੇ ਸੀ। ਔਰ ਉਹ ਪਿੰਡ ਵਾਲੇ ਆ ਜਿਹੜੇ, ਇੱਕ ਦੋ ਇਹੋ ਜਿਹੇ ਵੀ ਸਾਹਮਣੇ ਆਏ ਆ, ਉਹ ਆਂਦੇ ਆ ਕਿ ਅਸੀਂ ਪੁਲਿਸ ਨੂੰ ਸੂਚਿਤ ਵੀ ਕਰ ਚੁੱਕੇ ਹਾਂ, ਇੱਕ ਦੋ ਵਾਰੀ ਅਸੀਂ ਸੂਚਨਾ ਵੀ ਦਿੱਤੀ ਆ ਕਿ ਇਹ ਅੱਧੀ ਰਾਤ ਤੋਂ ਬਾਅਦ ਧਮਾਕੇ ਕਰਦੇ। ਔਰ ਉਸੇ ਤਰ੍ਹਾਂ ਕੰਧ ਵੀ ਥੋੜੀ ਥੋੜੀ ਨਾ ਉੱਡੀ ਹੋਈ ਹੈ ਜਿੱਥੇ ਟੈਸਟਿੰਗ ਕਰਨ ਦੇ ਦਾਅਵੇ ਕੀਤੇ ਜਾ ਰਹੇ ਆ। ਹੁਣ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਖੜਾ ਰਾਜਕਰਨਵੀਰ ਸਿੰਘ ਜੀ, ਕਿ ਜੇ ਪੁਲਿਸ ਨੂੰ ਇਸ ਤਰ੍ਹਾਂ ਦੀ ਸੂਚਨਾ ਦਿੱਤੀ ਗਈ ਪਿੰਡ ਵਾਲਿਆਂ ਵੱਲੋਂ ਕਿ ਅੱਧੀ ਰਾਤ ਨੂੰ ਇਹ ਇਸ ਤਰ੍ਹਾਂ ਦੇ ਧਮਾਕੇ ਟੈਸਟ ਕਰਕੇ ਦੇਖਦੇ ਆ ਜੀ, ਤੇ ਫਿਰ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਹਾਲਾਂਕਿ ਅੱਜ ਪੁਲਿਸ ਨੇ ਦਾਅਵਾ ਕੀਤਾ ਉਹਨਾਂ ਦੇ ਘਰ ਚੋਂ 4-5 ਰਾਈਫਲਾਂ ਮਿਲੀਆਂ, ਪਿਸਟਲ ਮਿਲਿਆ, ਹੋਰ ਚੀਜ਼ਾਂ ਮਿਲੀਆਂ। ਮੀਡੀਆ ਤੁਹਾਨੂੰ ਪਤਾ ਹੀ ਹੈ, ਉਹ ਪਹਿਲਾਂ ਭਾਲਦਾ ਇਹੋ ਜਿਹੀਆਂ ਖਬਰਾਂ, ਔਰ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਤੇ ਜ਼ਿਆਦਾ ਭਾਲਦਾ ਖਬਰਾਂ। ਉਹ ਕੋਈ ਕਹੀ ਜਾਂਦਾ ਬੰਬ ਫੈਕਟਰੀ ਫੜੀ ਗਈ, ਕੋਈ ਕਹਿੰਦਾ ਜੀ ਇਹ ਹੋ ਗਿਆ, ਖਾਲਿਸਤਾਨੀਆਂ ਦੇ ਨਾਲ ਤਾਰ ਵੀ ਜੁੜ ਸਕਦੇ ਆ, ਇਹ ਹੈ ਯੋ ਹੈ ਉਹ ਹੈ। ਪਰ ਸਭ ਤੋਂ ਸੋਚਣ ਵਾਲੀ ਗੱਲ ਇਹ ਆ, ਜੇ ਮੰਦਬੁੱਧੀ ਬੰਦਾ ਹੈ ਨਾ ਥੋੜਾ ਜਿਹਾ, ਉਹ ਥੋੜਾ ਜਿਹਾ ਦਿਮਾਗ ਤੇ ਜ਼ੋਰ ਦੇਵੇ ਤੇ ਇਸ ਕਹਾਣੀ ਨੂੰ ਇੱਕ ਦੂਜਾ ਰੂਪ ਦਿੱਤਾ ਜਾ ਸਕਦਾ ਬੜੀ ਆਸਾਨੀ ਨਾਲ। ਉਹ ਇਹ ਆ ਕਿ ਦੇਖੋ, ਪੁਲਿਸ ਦੀ ਕਹਾਣੀ ਮੁਤਾਬਕ DIG ਕਹੀ ਜਾਂਦਾ ਹੈ ਕਿ ਅਸੀਂ ਨਾਕੇਬੰਦੀ ਕੀਤੀ ਸੀ, ਬੰਦਾ ਫੜ ਲਿਆ, ਦੂਜਾ ਬੰਦਾ ਨਾਲੋਂ ਭੱਜ ਗਿਆ। ਹੁਣ ਨਾਕੇ ਚੋਂ ਨੌਜਵਾਨ ਭੱਜਿਆ ਹੋਵੇ ਰਾਜਕਰਨਵੀਰ ਸਿੰਘ ਜੀ, ਕਿ ਉਹ ਜਾ ਕੇ ਘਰੇ ਬਹਿ ਜਾਊਗਾ ਕਿ ਪੁਲਿਸ ਆਵੇ ਤੇ ਮੈਨੂੰ ਫੜ ਕੇ ਲੈ ਜਾਏ, ਜਾਂ ਮੈਂ ਜਦੋਂ ਪੁਲਿਸ ਆਈ ਤੇ ਮੈਂ ਗੋਲੀ ਮਾਰੂ ਆਪਣੇ ਹੱਥ ਨੂੰ? ਜਿਹੜਾ ਨਾਕੇਬੰਦੀ ਚੋਂ ਭੱਜ ਗਿਆ ਉਹ ਘਰੇ ਕੀ ਲੈਣ ਜਾਊਗਾ? ਔਰ ਫਿਰ ਉੱਥੇ ਬੈਠਾ ਇੰਤਜ਼ਾਰ ਕੀ ਕਰਨ ਨੂੰ ਕਰੂਗਾ? ਸੋ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਪੁਲਿਸ ਦੀ ਕਹਾਣੀ ਹੈ ਜਿਹੜੀ, ਉਹ ਸੱਚ ਦੀ ਕਸੌਟੀ ਤੇ ਹਾਲ ਦੀ ਘੜੀ ਖਰੀ ਨਹੀਂ ਉਤਰਦੀ। ਬਹੁਤ ਸਾਰੇ ਸਵਾਲ ਹੈ ਇਹਦੇ 'ਚ, ਆਉਣ ਵਾਲੇ ਸਮੇਂ 'ਚ ਵੇਖਦੇ ਹਾਂ ਕਿ ਇਹ ਕਹਾਣੀ ਕਿਹੜੀ ਦਿਸ਼ਾ ਅਖਤਿਆਰ ਕਰੂਗੀ। ਪਰ ਆਹ ਪੁਲਿਸ ਦੀ ਕਹਾਣੀ ਕਿਸੇ ਦੇ ਸੰਗੋਂ ਨਹੀਂ ਉਤਰ ਸਕਦੀ ਕਿ ਬੰਦਾ ਨਾਕੇਬੰਦੀ ਚੋਂ ਭੱਜਿਆ ਔਰ ਫਿਰ ਜਾ ਕੇ ਆਪਦੀ ਕੋਠੀ 'ਚ ਬਹਿ ਗਿਆ। ਇਹ ਇੰਤਜ਼ਾਰ ਕਰਨ ਨੂੰ ਕਿ ਕਦੋਂ ਪੁਲਿਸ ਆਏ ਤੇ ਕਦੋਂ ਮੇਰਾ ਕੰਮ ਤਮਾਮ ਜਿਹੜਾ ਉਹ ਮੇਰੇ ਆਪਣੇ ਹੱਥੀਂ ਹੋਵੇ। ਜੀ ਬਿਲਕੁਲ ਬਿਲਕੁਲ, ਇਹ ਇੱਦਾਂ ਹੀ ਪਰਦੇ ਜਿਹੜੇ ਜੀ ਉਹ ਪਾਉਂਦੀਆਂ, ਅਤੇ ਜਿੱਦਾਂ ਤੁਸੀਂ ਕਿਹਾ ਵੀ ਇਹ ਅੱਜ ਦੇ ਦਿਨਾਂ ਦੇ ਵਿੱਚ, ਅੱਜ ਕੱਲ੍ਹ ਦੇ ਦਿਨਾਂ 'ਚ ਇਹ ਲੱਭਣੀਆਂ ਇਹਨਾਂ ਨੇ ਗੱਲਾਂ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਜੋਸ਼ੀ ਦੇ ਟੇਵੇ ਤੋਂ ਬਾਅਦ ਕੁੜੀ ਨੇ ਕੀਤੀ ਆਤਮ ਹੱਤਿਆ, ਉੱਧਰ ਵੀਜ਼ੇ ਲਵਾਉਣ ਵਾਲੇ ਜੋਸ਼ੀ ਦਾ ਕਤਲ ਹੋਇਆ। ਜਿਹੜੀ ਇੱਕ ਘਟਨਾ ਪਹਿਲੇ ਨੰਬਰ ਵਾਲੀ ਹੈ ਉਹ ਵਾਪਰੀ ਹੈ ਅੰਮ੍ਰਿਤਸਰ ਦੇ ਲਾਗੇ ਸੁਲਤਾਨਵਿੰਡ ਦਾ ਕੋਈ ਪਰਿਵਾਰ ਸੀ ਜੋ ਤਿਸ਼ਮੋਤਿਸ਼ ਵਾਲੇ ਚੱਕਰਾਂ 'ਚ ਫਸਿਆ ਹੋਇਆ, ਟੇਵਾ ਲਵਾਇਆ ਜਾਂ ਜਿਹੜੀ ਜਨਮ ਕੁੰਡਲੀ ਬਣਾਉਂਦੇ ਆ, ਉਹਦੇ 'ਚ ਉਸ ਜੋਤਸ਼ੀ ਨੇ ਕਹਿਤਾ ਜੀ ਇਹ ਕੁੜੀ ਮੰਗ ਲਈ ਗਿਆ, ਔਰ ਇਹਦਾ ਵਿਆਹ ਜਿਹੜਾ ਬੜਾ ਔਖਾ ਹੋਊਗਾ, ਇੱਥੇ ਤੁਹਾਡੇ ਤੇ ਬੋਝ ਹੈ, ਪਰਿਵਾਰ ਤੇ ਬੋਝ ਰਹਿਣਾ। ਵੈਸੇ ਵੀ ਸਾਡੇ ਇੱਥੋਂ ਦੀ ਜਿਹੜੀ ਸਾਡੀ ਸਮਾਜਿਕ ਅਵਸਥਾ ਹੈ ਨਾ, ਉਹ ਔਰ ਇਹਦਾ ਤਾਣਾ ਬਣਾ ਇਹੋ ਜਿਹਾ, ਰਾਜਕਰਨਵੀਰ ਸਿੰਘ ਜੀ ਅੱਜ ਵੀ ਧੀ ਜੰਮ ਪਵੇ ਤੇ ਆਂਢ ਗੁਆਂਢ ਜਿਹੜੀਆਂ ਮਾਈਆਂ ਆਉਂਦੀਆਂ ਉਹ ਆ ਕੇ ਇਹੋ ਹੀ ਕਹਿੰਦੀਆਂ ਢਿੱਲਾ ਜਿਹਾ ਮੂੰਹ ਕਰਕੇ, ਹੁਣ ਥੋੜਾ ਜਿਹਾ ਹੌਸਲਾ ਰੱਖੋ, ਕੋਈ ਗੱਲ ਨਹੀਂ। ਉਹ ਇਸ ਤਰ੍ਹਾਂ ਆ ਕੇ ਖੁਸ਼ੀ ਮਨਾਉਣ ਦੀ ਥਾਂ ਤੇ ਇਸ ਤਰ੍ਹਾਂ ਆ ਕੇ ਉਹ ਦਿਲਾਸਾ ਜਿਹਾ ਦੇ ਕੇ ਜਾਂਦੀਆਂ ਜਿਸ ਤਰ੍ਹਾਂ ਕੋਈ ਕਿਸੇ ਹੋਣੀ ਦਾ ਕਹਿਰ ਟੁੱਟ ਪਿਆ ਹੋਵੇ। ਕਈ ਤੇ ਸਿੱਧਾ ਹੀ ਆ ਕੇ ਸੋਟਾ ਮਾਰ ਦਿੰਦੀਆਂ, ਤੁਹਾਡੇ ਘਰ ਤੇ ਪੱਥਰ ਆ ਗਿਆ, ਇਸ ਤਰ੍ਹਾਂ ਦੀਆਂ ਵੀ ਹੁੰਦੀਆਂ। ਸੋ ਉਸ ਜੋਤਸ਼ੀ ਨੇ ਵੀ ਉਹੀ ਦਸਤੂਰ ਨਿਭਾਇਆ, ਕਹਿੰਦੇ ਬੋਝ ਆ ਮੰਗਲੀ ਕੁੜੀ, ਔਰ ਉਸ ਝਟਕੇ ਦੀ ਝੰਬੀ ਕੁੜੀ ਜਿਹੜੀ ਭੱਜ ਕੇ ਉਹਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ, ਮਰ ਗਈ, ਉਹਦੀ ਜੀਵਨ ਲੀਲਾ ਖਤਮ ਹੋ ਗਈ। ਹੁਣ ਜੋਤਸ਼ੀ ਦਾ ਟੇਵਾ ਪਤਾ ਨਹੀਂ ਸਹੀ ਹੈ ਜਾਂ ਗਲਤ ਹੈ। ਇਸ ਜੋਤਿਸ਼ ਹੈ ਜਿਹੜੀ ਗਿੱਲ ਹਰਦੀਪ ਤੇ ਕਹਿੰਦਾ ਹੁੰਦਾ ਕਿ ਜੋਤਿਸ਼ ਨਿਹਰਾ ਪਖੰਡ ਤੇ ਪਾਉਂਦਾ ਝੂਠ ਦੀ ਪੰਡ। ਸੋ ਇਹ ਤੇ ਹੁਣ ਪਤਾ ਨਹੀਂ ਉਹਦਾ ਟੇਵਾ ਸੱਚਾ ਜਾਂ ਝੂਠਾ, ਪਰ ਉਹਨਾਂ ਦਾ ਘਰ ਉਜੜ ਗਿਆ।
ਹੁਣ ਇਸ ਜੋਤਸ਼ੀ ਨੂੰ ਫੜ ਕੇ ਤੇ ਜੇਲ੍ਹ ਦੇ ਵਿੱਚ ਟੀਵੀ ਲਾਉਣ ਤੇ ਲਾ ਦੇਣਾ ਚਾਹੀਦਾ ਕਿ ਲਾਈ ਚੱਲ ਇੱਥੇ ਕੈਦੀ ਬਹੁਤ ਆ, ਤੇ ਉਹ ਵੀ ਟੀਵੀ ਲਵਾਉਣ ਦੇ ਸ਼ੌਕੀਨ ਹੁੰਦੇ ਆ ਕਿ ਕਦੋਂ ਜ਼ਮਾਨਤ ਹੋਊਗੀ, ਕਦੋਂ ਖਲਾਸੀ ਹੋਊਗੀ, ਤੂੰ ਆਪਣਾ ਸ਼ੌਕ ਇੱਥੇ ਪੂਰਾ ਕਰੀ ਚੱਲ। ਬਣਦਾ ਹੈ ਉਹਨੂੰ ਕਿ ਥੋੜਾ ਜਿਹਾ ਸਟੇਕ ਦਿੱਤਾ ਜਾਵੇ। ਜਿਹੜੀ ਦੂਜੀ ਘਟਨਾ ਹੈ ਉਹ ਵੀ ਘਟਨਾ ਇਸੇ ਤਰ੍ਹਾਂ ਦੇ ਇੱਕ ਜੋਤਸ਼ੀ ਨਾਲ ਜੁੜਦੀ ਹੈ। ਉਹ ਜੋਤਸ਼ੀ ਸੀ ਜਿਹੜਾ ਬਸੀ ਦਾ, ਉਹਨੇ ਕਿਸੇ ਨੌਜਵਾਨ ਨੂੰ ਕੈਨੇਡਾ ਪਹੁੰਚਾ ਕੇ ਉੱਥੇ ਦੀ ਨਾਗਰਿਕਤਾ ਦਿਵਾਉਣ ਦੇ ਬਦਲੇ 15 ਲੱਖ 'ਚ ਸੌਦਾ ਮਾਰਿਆ ਸੀ। 3 ਲੱਖ ਰੁਪਇਆ ਪੇਸ਼ਗੀ ਲੈ ਲਿਆ। ਉਹ ਨਾਲ ਉਹਦੀ ਗੱਲ ਨਾ ਸੁਣੀ ਮੁੰਡੇ ਦੀ, ਉਹਨੇ ਆਖਿਆ ਪੰਡਿਤ ਜੀ ਮੇਰਾ ਪੈਸਾ ਮੋੜੋ, ਜੇ ਮੈਨੂੰ ਨਹੀਂ ਤੁਸੀਂ ਕਿਸੇ ਤਨ ਪੱਤਰ ਲਾਉਣਾ। ਉਹਨੇ ਆਖਿਆ ਜੀ ਤਨ ਪੱਤਰ ਤੇ ਲਾ ਦਿਆਂਗੇ ਬੇਟਾ ਜੀ, ਪਰ ਇਹ ਪੈਸੇ ਥੋੜੇ ਆ, ਹੁਣ ਬੈਠਾ ਇਹ ਪੈਸੇ ਮੁੜਦੇ ਨਹੀਂ, ਤੂੰ ਇਸ ਤਰ੍ਹਾਂ ਕਰ, ਜੇ ਜਾਣਾ ਹੀ ਹੈ ਫਿਰ ਜਿਹੜੇ ਰਹਿੰਦੇ ਉਹ ਵੀ ਦੇ ਦੇ, ਹੁਣ ਇਹ ਤਾਂ ਮੁੜਦੇ ਨਹੀਂ, ਇੱਥੇ ਅਸੀਂ ਤੇਰੀ ਐਡਜਸਟਮੈਂਟ ਕਰੀ ਖੜੇ ਹੋ। ਉਹਨੇ ਆਖਿਆ ਠੀਕ ਆ, ਤੂੰ ਮੋੜਦੇ ਨਹੀਂ, ਚਲੋ ਕੋਈ ਗੱਲ ਨਹੀਂ, ਤੇਰੀ ਮਰਜ਼ੀ ਆ। ਫਿਰ ਉਹਨੇ ਇਸ ਗੱਲ ਦੀ ਕਸ਼ੀਦਗੀ ਹੈ ਜਿਹੜੀ ਆਪਣੇ ਮਨ ਦੇ ਵਿੱਚ ਪਾਲ ਲਈ ਕਿ ਇਹਨੇ ਮੇਰੇ ਨਾਲ ਠੱਗੀ ਮਾਰੀ ਆ। ਔਰ ਫਿਰ ਉਹਨੇ ਆਪਣੇ 2 ਦੋਸਤਾਂ ਨੂੰ ਤਿਆਰ ਕੀਤਾ। ਮੁੰਡਾ ਕਿਸੇ ਨਿੱਜੀ ਬੈਂਕ ਦੇ ਵਿੱਚ ਜਿਹੜਾ ਏਰੀਆ ਮੈਨੇਜਰ ਸੀਗਾ, ਉਹਨੇ 2 ਹੋਰ ਦੋਸਤਾਂ ਨੂੰ ਤਿਆਰ ਕੀਤਾ ਤੇ ਉਸ ਜੋਤਸ਼ੀ ਨੂੰ ਟੈਲੀਫੋਨ ਮਾਰਿਆ ਕਿ ਪੰਡਿਤ ਜੀ ਆਓ ਤੇ ਵੀਜ਼ਾ ਲਵਾਓ, 12 ਲੱਖ ਰੁਪਏ ਦਾ ਮੈਂ ਇੰਤਜ਼ਾਮ ਕਰ ਲਿਆ, ਸ਼ੰਕਰ ਚੌਂਕ ਦੇ ਵਿੱਚ ਮੈਂ ਖੜਾ, ਨਕੋਦਰ ਆ ਕੇ ਪੈਸੇ ਲੈ ਜਾਓ। ਜੋਤਸ਼ੀ ਭੱਜਿਆ ਆ 12 ਲੱਖ ਦੇ ਨਾਮ ਤੇ। ਉਹਨਾਂ ਨੇ ਉਹਦੀ ਗੱਡੀ 'ਚ ਹੀ ਬਹਿ ਕੇ ਟਿਕਟਾਂ ਰੱਖੀਆਂ ਸੀ ਆ ਕੇ ਬੈਗ ਦੇ ਵਿੱਚ, ਮਾਰਕੀਟ ਉੱਥੇ ਫੜਕਾ ਕੱਟਿਆ, ਮੁੜ ਕੇ ਲਾਸ਼ ਵੇਈ ਦੇ ਵਿੱਚ ਸੁੱਟ ਦਿੱਤੀ ਜਿਹੜੀ ਜਲੰਧਰ ਲਾਗੇ ਨਿਕਲਦੀ ਹੈ। ਉਸ ਵੇਈ ਚ ਲਾ ਕੇ ਜਹਾਂਗੀਰ ਪਿੰਡ ਆਉਂਦਾ, ਉੱਥੇ ਗੱਡੀ ਛੱਡ ਦਿੱਤੀ ਲਾਵਾਰ ਸਾਲ ਦੇ ਵਿੱਚ, ਆਪ ਮੋਟਰਸਾਈਕਲ ਨਿਕਲ ਗਏ। ਪਰ ਫੜੇ ਇਸ ਗੱਲੋਂ ਗਏ ਕਿਉਂਕਿ ਜਦੋਂ ਕਾਲ ਰਿਕਾਰਡ ਖੰਗਾਲਿਆ ਗਿਆ, ਜਿਹੜਾ ਜੋਤਸ਼ੀ ਦਾ ਕਾਲ ਰਿਕਾਰਡ ਸੀਗਾ, ਉਹ ਜਦੋਂ ਖੰਗਾਲਿਆ ਗਿਆ ਉਹਦੇ ਵਿੱਚ ਸਾਫ਼ ਹੋ ਗਿਆ ਕਿ ਆਖਰੀ ਕਾਲ ਫਲਾਣੇ ਮੁੰਡੇ ਦੀ ਆਈ ਸੀਗੀ, ਔਰ ਇਹ ਵੀ ਪਤਾ ਲੱਗਿਆ ਕਿ ਇਹਦਾ ਲੈਣ ਦੇਣ ਸੀ, ਸੋ ਫੜਿਆ ਗਿਆ। ਪਰ ਇੱਥੇ ਇੱਕ ਹੁਣ ਬੜਾ ਮਜ਼ੇਦਾਰ ਸਵਾਲ ਉੱਠਦਾ ਹੈ ਕਿ ਜੋਤਸ਼ੀ ਜਿਹੜਾ ਲੋਕਾਂ ਦੇ ਭਵਿੱਖ ਦੱਸਦਾ ਸੀ ਤੇ ਲੋਕਾਂ ਦੇ ਭਵਿੱਖ ਬਣਾਉਂਦਾ ਵੀ ਸੀ, ਉਹਨੂੰ ਆਪ ਦੇ ਭਵਿੱਖ ਦਾ ਨਹੀਂ ਪਤਾ ਲੱਗਿਆ ਕਿ ਮੌਤ ਮੈਨੂੰ ਬੁਲਾ ਰਹੀ ਹੈ, ਉਹਨੂੰ ਪਤਾ ਹੀ ਨਹੀਂ ਲੱਗਿਆ, ਉਹ ਮੌਤ ਦੇ ਮੂੰਹ 'ਚ ਆਪ ਹੀ ਚਲੀ ਗਿਆ। ਉਂਝ ਜੋ ਇੱਥੇ ਠੱਗੀ ਵਾਲਾ ਕੰਮ ਚੱਲਦਾ ਪਿਆ, ਰਾਜ ਕਰਮਵੀਰ ਸਿੰਘ ਜੀ ਪਿਛਲੀ ਸਰਕਾਰ ਨੇ ਇੱਕ ਐਕਟ ਵੀ ਬਣਾਇਆ ਸੀਗਾ, ਐਕਟ ਵੀ ਲਿਆਂਦਾ ਸੀਗਾ, ਇਹ ਜਿਹੜੇ ਠੱਗ ਫਿਰਦੇ, ਏਜੰਟ ਫਿਰਦੇ, ਗਲੀਏ ਗਲੀਏ ਸ਼ਿਕਾਰ ਤਲਾਸ਼ ਦੇ, ਇਹਨਾਂ ਤੇ ਅਸੀਂ ਸਖਤੀ ਕਰਾਂਗੇ। ਪਰ ਉਹ ਐਕਟ ਪਤਾ ਨਹੀਂ ਕਿਹੜੇ ਪੈਕਟ ਦੇ ਵਿੱਚ ਕੈਦ ਹੋ ਕੇ ਰਹਿ ਗਿਆ। ਇੱਥੇ ਇਸ ਤਰ੍ਹਾਂ ਦੇ ਠੱਗੀ ਟੋਲੇ ਜਿਹੜਾ ਉਹ ਉਸ ਤਰ੍ਹਾਂ ਹੀ ਪਾਉਂਦੇ ਫਿਰਦੇ ਆ, ਜਿੱਥੋਂ ਵੀ ਕਿਤੇ ਸੁੱਕ ਲੱਗ ਜਾਂਦਾ ਠੱਗੀ ਮਾਰ ਲੈਂਦੇ, ਮੁੜ ਕੇ ਕਿਸੇ ਦੀ ਗੱਲ ਨਹੀਂ ਸੁਣਦੇ। ਇੱਥੋਂ ਦੀ ਪੁਲਿਸ ਆ, ਜੇ ਉਹਨੂੰ ਕੋਈ ਸ਼ਿਕਾਇਤ ਕਰਦਾ ਉਹ ਸਗੋਂ ਕਹਿੰਦੇ ਆ ਕਿ ਚਲੋ ਠੀਕ ਆ, ਸ਼ਿਕਾਇਤ ਕਰਨ ਵਾਲੇ ਨੇ ਤੇ ਕੁਛ ਵੀ ਨਹੀਂ ਦੇਣਾ, ਤੇ ਜਿਹਦੇ ਤੇ ਅੱਗੇ ਸ਼ਿਕਾਇਤ ਹੋਈ ਉਹਦੇ ਕੋਲ ਵਾਹਵਾ ਮਾਲ ਪੱਤਾ ਬਣ ਜਾਣਾ, ਉਹ ਜਿਹੜੀ ਸ਼ਿਕਾਇਤ ਕਰਨ ਵਾਲਾ ਉਹ ਉਡੀਕਦਾ ਰਹਿੰਦਾ ਕਿ ਕਾਰਵਾਈ ਕਦੋਂ ਹੋਏਗੀ, ਪਰ ਕਾਰਵਾਈ ਕਦੇ ਹੁੰਦੀ ਨਹੀਂ। ਸੋ ਜਦੋਂ ਫਿਰ ਇਸ ਤਰ੍ਹਾਂ ਦਾ ਮਾਹੌਲ ਬਣ ਜਾਵੇ, ਉਹਨਾਂ ਮਾਹੌਲਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਨਿਕਲਣਾ ਸੁਭਾਵਿਕ ਹੈ। ਸੋ ਇਹ ਜ਼ਰੂਰੀ ਹੈ ਕਿ ਥੋੜਾ ਜਿਹਾ ਇੱਧਰਲੇ ਪਾਸੇ ਕੱਸ ਪਾਇਆ ਜਾਵੇ। ਜਿਹੜੇ ਇਸ ਤਰ੍ਹਾਂ ਦੇ ਅਣਅਧਿਕਾਰੀ ਇਹ ਧੰਦਾ ਕਰਦੇ ਵੀਜ਼ੇ ਲਵਾਉਣ ਵਾਲਾ, ਇਹਨਾਂ ਦੇ ਵੀਜ਼ੇ ਵਾਲਾ ਦੂਜਾ ਕੰਮ ਸ਼ੌਂਕ ਹੈ ਜਿਹੜਾ ਪੂਰਾ ਕਰ ਦੇਣਾ ਚਾਹੀਦਾ। ਇਹਨਾਂ ਨੂੰ ਦੂਜੇ ਵੱਡੇ ਘਰ ਦੇ ਵੀਜ਼ੇ ਲਵਾ ਦੇਣੇ ਚਾਹੀਦੇ ਆ, 4-4 ਮਹੀਨੇ 6-6 ਮਹੀਨੇ ਲਵਾਉਣੇ ਚਾਹੀਦੇ ਆ। ਜੀ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਆਇਆ ਇੱਕ ਹੋਰ ਹਾਈਵੇ ਘੁਟਾਲਾ। ਦੇਖੋ ਰਾਜਵੀਰ ਸਿੰਘ ਜੀ, ਇਹ ਹਾਈਵੇ ਘੁਟਾਲੇ, ਉਧਰ ਉੱਤਰਾਖੰਡ ਹਾਈਵੇ ਘੁਟਾਲੇ ਦੀ ਤੁਹਾਡੇ ਨਾਲ ਮੈਂ ਗੱਲ ਕੀਤੀ ਸੀਗੀ, ਔਰ ਉਸ ਉੱਤਰਾਖੰਡ ਹਾਈਵੇ ਘੁਟਾਲੇ ਦੇ ਵਿੱਚ ਅੱਜ ਇੱਕ ਖਬਰ ਨਵੀਂ ਆ ਗਈ ਹੈ ਕਿ ਜਿਹੜੇ ਕਮਿਸ਼ਨਰ ਵਿਚਾਰੇ ਨੇ ਉਹ ਘੁਟਾਲਾ ਉਜਾਗਰ ਕੀਤਾ ਸੀਗਾ, ਉਸ ਨੂੰ ਵੀ ਬਦਲ ਦਿੱਤਾ ਸਰਕਾਰ ਨੇ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬਦਲਿਆ ਇਸ ਕਰਕੇ ਆ ਕਿਉਂਕਿ ਉਹ ਪਿਛਲੀ ਕਾਂਗਰਸ ਸਰਕਾਰ ਵੇਲੇ ਘੁਟਾਲਾ ਹੋਇਆ ਸੀਗਾ ਤੇ ਜਿਹੜੇ ਪਿਛਲੀ ਸਰਕਾਰ ਦੇ ਮਲਾਈ ਖਾਣ ਵਾਲੇ ਉਹ ਮੋਤਬਰ ਸੀਗੇ, ਉਹ ਪਾਲਾ ਪਲਟ ਕੇ, ਪਾਲਾ ਬਦਲ ਕੇ ਇਹਨਾਂ ਵਾਲੇ ਪਾਸੇ ਆ ਗਏ। ਹੁਣ ਫਸਦੇ ਸੀ ਕਮਿਸ਼ਨਰ ਹੀ ਛੱਕੇ ਬਾਹਰ ਮਾਰ ਜਿਹਨੇ ਉਹ ਘੁਟਾਲਾ ਕੱਢਿਆ ਸੀ। ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਘੁਟਾਲੇ, ਯੂਪੀ ਦੇ ਘੁਟਾਲੇ ਦੀ ਆਪਾਂ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਇੱਕ ਕੰਪਨੀ 455 ਕਰੋੜ ਰੁਪਏ ਛੱਗੀ। ਆਹ ਹੁਣ ਸਾਡੇ ਪੰਜਾਬ ਦੇ ਵਿੱਚ ਕੀ ਹੋਣ ਡਿਆ, ਹੁਸ਼ਿਆਰਪੁਰ ਦਾ ਹਾਈਵੇ ਘੁਟਾਲਾ ਆਪਾਂ ਬਹੁਤ ਵਾਰੀ ਜ਼ਿਕਰ ਕੀਤਾ ਆਪਣੇ ਖਬਰਾਂ 'ਚ, ਬਹੁਤ ਵਾਰੀ। ਉਸ ਘੁਟਾਲੇ ਦੇ ਵਿੱਚ ਕਿਸ ਤਰ੍ਹਾਂ ਲੀਡਰਾਂ ਨੇ, ਤਹਿਸੀਲਦਾਰ ਨੇ, SDM ਨੇ, ਪਟਵਾਰੀ ਸ਼ਿਵਾਰੀ, ਪਤਾ ਨਹੀਂ ਕਿੰਨੇ ਕੁਛ ਸ਼ਲਾਰੂ, ਸਾਰਿਆਂ ਨੇ ਸ਼ਾਂਗਾ ਲਾਇਆ। ਹੁਣ ਇੱਕ ਨਵਾਂ ਪੰਜਾਬ ਦੇ ਵਿੱਚੋਂ ਇੱਕ ਇਸੇ ਤਰ੍ਹਾਂ ਦਾ ਘੁਟਾਲਾ ਜਿਹੜਾ ਉਹ ਨਿਕਲਦਾ ਆਉਂਦਾ ਪਿਆ ਸਾਹਮਣੇ, ਲਗਭਗ ਨਿਕਲ ਕੇ ਆ ਹੀ ਗਿਆ ਸਾਹਮਣੇ, ਕਿਉਂਕਿ ਹਾਈ ਕੋਰਟ ਦੇ ਵਿੱਚ ਵੀ ਚਲਿਆ ਗਿਆ ਕੇਸ
ਔਰ ਮੁੱਖ ਮੰਤਰੀ ਦੇ ਦਰਬਾਰ ਤੱਕ ਵੀ ਪਹੁੰਚ ਗਿਆ। ਇਹ ਜਿਹੜਾ ਬਣਿਆ ਸੀਗਾ ਨਾ ਬਠਿੰਡਾ ਤੋਂ ਜ਼ੀਰਕਪੁਰ ਹਾਈਵੇ, ਜਿਹਨੂੰ ਸੁਖਬੀਰ ਸਿੰਘ ਬਾਦਲ ਕਹਿੰਦਾ ਸੀਗਾ ਕਿ ਇਹ ਇਹੋ ਜਿਹਾ ਬਣੋ ਭਾਵੇਂ ਬੰਬ ਸੁੱਟ ਕੇ ਟੁੱਟੂਗਾ ਨਹੀਂ, ਮਤਲਬ ਕਿ ਉਹ ਹਾਈਵੇ ਸੀਗਾ ਬਠਿੰਡੇ ਤੋਂ ਜ਼ੀਰਕਪੁਰ ਵਾਲਾ। ਔਰ ਇਹ ਹਾਈਵੇ ਜਦੋਂ ਗੁਰਦੁਆਰਾ ਮਸਤੂਆਣਾ, ਜਿੱਥੇ ਆਪਾਂ ਤੁਸੀਂ ਦੇਖਿਆ ਹੋਣਾ, ਜੇ ਤੁਸੀਂ ਕਿਤੇ ਸੰਗਰੂਰ ਤੋਂ ਪਟਿਆਲੇ ਨੂੰ ਜਾਓ ਜਾਂ ਸੰਗਰੂਰ ਤੋਂ ਹੇਠਾਂ ਬਠਿੰਡੇ ਨੂੰ ਆਓ ਤਾਂ ਰਸਤੇ ਦੇ ਵਿੱਚ ਗੁਰਦੁਆਰਾ ਮਸਤੂਆਣਾ, ਉੱਥੋਂ ਅੱਗੇ ਜਿਹੜਾ ਸ਼ੁਰੂ ਹੋ ਜਾਂਦਾ ਨਾ ਏਰੀਆ, ਉਹ ਹੁੰਦਾ ਬਡਰੁੱਖਾਂ ਦਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਲੱਗਦਾ ਨਾਨਕਾ ਘਰ ਵੀ ਹੈ। ਉੱਥੋਂ ਜਿਹੜੇ ਪਿੰਡ ਸੀਗੇ, ਉਹ ਜੇ ਜ਼ਮੀਨ ਜਿਹੜੀ ਐਕਵਾਇਰ ਕੀਤੀ ਗਈ, ਉੱਥੇ ਠੱਗੀ ਠੋਰੀ ਬਹੁਤ ਹੋਈ ਆ। ਉੱਥੇ ਕੀਤਾ ਇਹ ਗਿਆ ਕਿ ਜਿਹੜਾ ਉਸ ਸਮੇਂ ਦਾ ਮੌਕੇ ਦਾ SDM ਸੀਗਾ, ਉਹਨੇ ਜਿਹੜੀ ਖੇਤੀ ਵਾਲੀ ਜ਼ਮੀਨ ਸੀ ਉਹਨੂੰ ਕਮਰਸ਼ੀਅਲ ਕੈਟਾਗਰੀ ਦੇ ਵਿੱਚ ਪਾ ਦਿੱਤਾ, ਤੇ ਜਿਹੜੀ ਕਮਰਸ਼ੀਅਲ ਕੈਟਾਗਰੀ ਵਾਲੀ ਜ਼ਮੀਨ ਸੀਗੀ ਉਹ ਲੋੜ ਅਨੁਸਾਰ ਖੇਤੀ ਵਾਲੀ ਕੈਟਾਗਰੀ 'ਚ ਪਾ ਦਿੱਤੀ। ਸੋ ਇਸ ਤਰ੍ਹਾਂ ਉਲਟ ਪੁਲਟ ਕਰਕੇ ਦੱਸਦੇ ਆ, ਕਰੋੜਾਂ ਰੁਪਈਆਂ ਦੀ ਹੇਰਾਫੇਰੀ ਜਿਹੜੀ ਆ ਉੱਥੇ ਹੋ ਗਈ ਆ। ਹੁਣ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਕੁਝ ਕਿਸਾਨਾਂ ਨੇ ਮੁੱਦਾ ਚੁੱਕਿਆ, ਜਦੋਂ ਮੋਹਤਬਾਰਾਂ ਨੇ ਮੁੱਦਾ ਚੁੱਕਿਆ, ਔਰ ਚੁੱਕਦੇ ਸਾਰ ਜਿਹੜੀ ਖੇਤੀ ਵਾਲੀ ਜ਼ਮੀਨ ਸੀ ਉੱਥੇ ਹੁਣ ਦੁਕਾਨਾਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਲੱਗੇ ਕਿ ਇਹ ਵਾਕਈ ਜੀ ਵਪਾਰਕ ਜਗ੍ਹਾ ਸੀ, ਵਪਾਰਕ ਦੇ ਹਿੱਤਾਂ ਲਈ ਵਰਤੀ ਜਾਣ ਵਾਲੀ ਜਗ੍ਹਾ ਸੀ। ਉਹਨਾਂ ਤੇ ਹੁਣ ਦੁਕਾਨਾਂ ਖੜੀਆਂ ਕਰੀ ਜਾ ਰਹੇ ਆ, ਜਿੱਦਾਂ ਜਾਲੀ ਜਗਾੜੂ ਜੀਆਂ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਹੁਸ਼ਿਆਰਪੁਰ ਦਾ ਘੁਟਾਲਾ ਸਾਹਮਣੇ ਆਇਆ ਸੀਗਾ ਤੇ ਉੱਥੇ ਫਰਜ਼ੀ ਕਲੋਨੀ ਉਸਾਰ ਦਿੱਤੀ ਗਈ ਸੀ ਕਿ ਆਹ ਜੀ ਕਲੋਨੀ ਹੈ। ਤੇ ਕਲੋਨੀ ਕਾਹਦੀ ਸੀ? 3-3 ਫੁੱਟ ਦੀ ਕੰਧ ਸੀ। ਉਹ ਜਦੋਂ ਵਿਜੀਲੈਂਸ ਵਾਲਿਆਂ ਨੇ ਜਾ ਕੇ ਠੁੱਡਾ ਮਾਰਿਆ ਤੇ ਉਹ ਕਹਿੰਦੇ ਤੁਹਾਡੀ ਕਲੋਨੀ ਤੇ ਸਾਰੀ ਥੱਲੇ ਜਾ ਪਈ ਆ, 3-3 ਫੁੱਟ ਦੀ ਕੰਧ ਸੀਗੀ। ਸੋ ਉਸੇ ਤਰਜ਼ੇ ਅਮਲ ਤੇ ਇਹਨਾਂ ਨੇ ਦੁਕਾਨਾਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਏਡੀ ਛੇਤੀ ਇਹ ਘਪਲਾ ਟਕਿਆ ਨਹੀਂ ਜਾਣਾ। ਰੌਲਾ ਇਹਦਾ ਬਹੁਤ ਪੈ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ, ਕਿਉਂਕਿ ਇਹ ਕਿਸਾਨਾਂ ਨਾਲ ਜੁੜਿਆ ਮੁੱਦਾ ਹੈ ਔਰ ਬਹੁਤ ਵੱਡੀ ਠੱਗੀ ਹੈ, ਬਹੁਤ ਵੱਡਾ ਫਰਾਡ ਹੈ। ਔਰ ਮੈਂ ਤੇ ਕਹਿੰਦਾ ਕਿ ਜਿੰਨੇ ਵੀ ਹਾਈਵੇ ਬਣੇ ਆ ਇਹਨਾਂ 10-15 ਸਾਲਾਂ ਦੇ ਵਿੱਚ, ਉਹਨਾਂ ਸਾਰਿਆਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਕਿਉਂਕਿ ਜ਼ਮੀਨ ਜਿਹੜੀ ਹੈ ਪੰਜਾਬ ਦੀ, ਉਹ ਸਾਰੀ ਜ਼ਮੀਨ ਵਾਹੀਯੋਗ ਜ਼ਮੀਨ ਆ। ਜਿੰਨੀ ਵੀ ਜ਼ਮੀਨ ਐਕਵਾਇਰ ਹੋਈ ਹੈ ਉਹਦਾ ਰਿਕਾਰਡ ਫੋਲਣਾ ਚਾਹੀਦਾ ਹੈ ਕਿ ਕਿੱਥੇ ਕਿੱਥੇ ਗੜਬੜੀ ਹੋਈ ਹੈ, ਕਿੱਥੇ ਕਿੱਥੇ ਜਿਹੜਾ ਮੁਆਵਜ਼ਾ ਕਿਸਾਨਾਂ ਤੇ ਘੱਟ ਗਿਆ ਔਰ ਕਿਸਾਨਾਂ ਦੇ ਜਿਹੜੇ ਰਾਹ ਦੇ ਵਿੱਚ ਬੈਂਕ ਖੜੇ ਸੀਗੇ ਉਹਨਾਂ ਦੇ ਢਿੱਡਾਂ 'ਚ ਜ਼ਿਆਦਾ ਗਿਆ। ਸੋ ਇਸ ਗੱਲ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਹਰੇਕ ਹਾਈਵੇ ਦੀ ਕਿ ਕਿਸ ਪੱਧਰ ਦੀ ਜ਼ਮੀਨ ਕਿਸ ਸ਼੍ਰੇਣੀ 'ਚ ਪਾ ਕੇ ਕਿੰਨਾ ਮੁਆਵਜ਼ਾ ਹਾਸਲ ਕੀਤਾ ਗਿਆ, ਤੇ ਉਹ ਅੱਗੇ ਜਿਹੜੇ ਉਸ ਐਕਵਾਇਰ ਜ਼ਮੀਨ ਦੇ ਜਿਹੜੇ ਲਾਭਪਾਤਰੀ ਸਨ ਜਾਂ ਪੀੜਤ ਉਹਨਾਂ ਨੂੰ ਕਿੰਨਾ ਮਿਲਿਆ, ਇਹਦਾ ਹਿਸਾਬ ਕਿਤਾਬ ਜ਼ਰੂਰ ਹੋਣਾ ਚਾਹੀਦਾ ਹੈ। ਜੀ ਮਿੰਟੂ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।